ਨਸਲੀ ਮੱਝ ਤੇ ਨਸਲੀ ਭਲਵਾਨ ਤੁਹਾਨੂੰ ਕਦੀ ਵੀ ਘਾਟਾ ਨਹੀਂ ਪਾਏਗਾ ਤੇ ਬੇਨਸਲੀ ਮੱਝ ਤੇ ਬੇਨਸਲਾ ਭਲਵਾਨ ਨੂੰ ਤੁਹਾਨੂੰ ਘਾਟਾ ਹੀ घाटा है। बिस्मिल्लाहिर्रहमानिर्रहीम अस्सलाम वालेकुम वीवर्स, वेलकम टू किसान दोस्त। मोअज़्ज़ज़ वीवर्स, यूसुफ जट के डेयरी फार्म पर मौजूद हूँ, जो जानवरों की खरीदो फरोख्त तो करते हैं, साथ जानवरों के दूध का कारोबार भी करते हैं। इनसे इनका तजुर्बा, डेयरी फार्म की मुकम्मल फिजिबिलिटी और जानवरों की बीमारियों के हवाले से देसी टोटके आपके साथ शेयर करूँगा। आपसे करता हूँ रिक्वेस्ट, वीडियो को एंड तक ज़रूर देखिएगा, आपको सीखने को बहुत कुछ मिलेगा। तो चलें यूसुफ साहब से करते हैं गुफ्तगू। यूसुफ साहब की हाल है तुहाडा? जी बिल्कुल ठीक, तुसी सुनाओ अपना हाल ठीक हो? अलहमदुलिल्लाह। अच्छा यूसुफ साहब ਇਹ ਦੱਸੋ ਕਿ ਮੱਝਾਂ ਦੀ ਫਾਰਮਿੰਗ ਕਿੰਨੇ ਸਾਲਾਂ ਤੋਂ ਕਰਦੇ ਹੋ? ਜੀ ਅਸੀਂ ਇਹ ਸਾਡੇ ਦਾਦਾ ਜੀ ਵੀ ਕਰਦੇ ਸਨ ਜੀ, ਅੱਗੂ ਸਾਡੇ ਅੱਬੂ ਵਾਰੀ ਫੌਜ 'ਚ ਹਨ, ਜਦੋਂ ਫੌਜ 'ਚੋਂ ਆਏ ਨੇ ਰਿਟਾਇਰ ਹੋ ਕੇ ਤੇ ਉਹਨਾਂ ਦੇ ਨਾਲ ਅਸੀਂ ਵੀ ਰਲ ਕੇ ਕਰਨੇ ਆ। ਮੇਰੇ ਚਾਚਾ ਜੀ ਵੀ ਕਰਦੇ ਨੇ, ਸਾਰੀ ਸਾਡੀ ਨਸਲ ਦਰ ਨਸਲ ਹੀ ਇਹ ਕੰਮ ਕਰਨੇ ਆ। ਅੱਛਾ, ਤੇ ਤੁਸੀਂ ਬਚਪਨ ਤੋਂ ਐਸੇ ਕੰਮ 'ਚ ਵੜ ਗਏ ਹੋ? ਬਚਪਨ 'ਚ। ਅੱਛਾ, ਜਦੋਂ ਤੁਸੀਂ ਛੋਟੇ ਹੁੰਦੇ ਹੋ ਉਦੋਂ ਤੁਹਾਡੇ ਕੋਲ ਕਿੰਨੇ ਕੁ ਜਾਨਵਰ ਸਨ ਤੇ ਅੱਜ ਕਿੰਨੇ ਕੁ ਜਾਨਵਰ ਨੇ? ਜੀ ਉਦੋਂ ਸਾਡੇ ਕੋਲ 10 ਤੋਂ 12 ਮੱਝਾਂ ਹੁੰਦੀਆਂ ਸਨ ਜੀ, ਤੇ ਹੁਣ ਵੀ ਆਹ ਮੱਝਾਂ ਪੱਕੀਆਂ ਘਰ 12 ਤੋਂ 15 ਹੀ ਰੱਖੀਆਂ ਨੇ। ਅੱਛਾ, ਪਿੱਛੇ ਫਾਰਮ ਦੇ ਵਿੱਚ ਨੇ ਕੋਈ ਕਟੀਆਂ ਸੀ ਜਿਹੜੀਆਂ ਅੱਛੀਆਂ ਨਸਲ ਦੀਆਂ ਨੇ, ਨੀਲੀ ਦੀਆਂ ਅਸੀਂ ਘਰ ਵੀ ਪਾਲਨੇ ਆ। ਅੱਛਾ ਹਾਂਜੀ। ਅੱਛਾ ਯੂਸੁਫ ਸਾਹਿਬ ਇਹ ਦੱਸੋ ਕਿ ਤੁਸੀਂ ਮੱਝਾਂ ਦੇ ਪਾਕਿਸਤਾਨ ਦੇ ਬੜੇ ਮਸ਼ਹੂਰ ਵਪਾਰੀ ਵੀ ਹੋ, ਨਾਲ ਦੁੱਧ ਦਾ ਕੰਮ ਵੀ ਕਰਦੇ ਹੋ। ਜੀ ਦੁੱਧ ਦਾ ਕੰਮ ਚੰਗਾ ਜਾਂ ਵਪਾਰ ਚੰਗਾ ਹੈ? ਵੇਖੋ ਜੀ, ਜੇ ਵਪਾਰ ਨਾ ਕਰੀਏ ਤਾਂ ਦੁੱਧ ਦਾ ਕੰਮ ਨਹੀਂ ਹੁੰਦਾ ਜੀ, ਠੀਕ ਹੈ ਜੀ। ਦੂਸਰਾ ਦੁੱਧ ਆਪਣੇ ਨੂੰ ਪੂਰੀ ਮਕਦਾਰ ਤੇ ਰੱਖਣ ਵਾਸਤੇ ਦੁੱਧ ਵਪਾਰ ਕਰਨਾ ਜ਼ਰੂਰੀ ਹੈ। ਯਾਨੀ ਦੋਏ ਕੰਮ ਲਾਜ਼ਮ ਹਾਂਜੀ, ਦੋਵੇਂ ਕੰਮ ਲਾਜ਼ਮੀ ਨੇ, ਦੋਏ ਕੰਮ ਬੰਦੇ ਨੂੰ ਆਉਣੇ ਚਾਹੀਦੇ ਨੇ। ਜੀ ਠੀਕ ਹੈ। ਇਹ ਅੱਛਾ, ਦੋਨਾਂ ਕੰਮਾਂ ਦੀ ਆਪਣੀ ਆਪਣੀ ਅਹਿਮੀਅਤ ਹੈ, ਦੋਏ ਕੰਮ ਮਜ਼ੇਦਾਰ ਨੇ ਤੇ ਪ੍ਰੋਫਿਟੇਬਲ ਵੀ ਨੇ। ਜੀ ਬਿਲਕੁਲ। ਯੂਸੁਫ ਸਾਹਿਬ ਤੁਸੀਂ ਪਾਕਿਸਤਾਨ ਦੇ ਕਿਹੜੇ ਕਿਹੜੇ ਇਲਾਕਿਆਂ ਤੋਂ ਮੱਝਾਂ ਲੈ ਕੇ ਆਉਂਦੇ ਹੋ? ਜੀ ਅਸੀਂ ਪਾਕਪਤਨ ਤੋਂ ਮੱਝਾਂ ਲੈ ਕੇ ਆਉਂਦੇ ਆ, ਜੀ, ਨੂਰ ਸ਼ਾਹ ਤੋਂ ਮੱਝਾਂ ਲੈ ਕੇ ਆਉਂਦੇ ਆ। ਪਰ ਨੂਰ ਸ਼ਾਹ ਹੁਣ ਘੱਟ ਕਰ ਦਿੱਤਾ ਅੱਗੇ ਨੂੰ। ਅੱਛਾ, ਜ਼ਿਆਦਾ ਪਾਕਪਤਨ ਹੋਤੇ ਦਾ ਅਸਲ ਨਾਂ ਜਿਹੜਾ 416 ਚੱਕ। ਅੱਛਾ ਠੀਕ ਹੈ ਜੀ, ਹੋਤੇ ਤੋਂ ਮਸ਼ਹੂਰ ਹੈ ਉਹ। ਅੱਗੋਂ ਅਸੀਂ ਫਿਰ ਦਰਿਆ ਤੇ ਜਾਂਦੇ ਆ, ਨਾਲ ਹੀ ਦਰਿਆ ਵੀ ਹੋਤੇ ਦੇ। ਠੀਕ ਹੈ ਜੀ। ਨੀਲੀ ਦਾ ਮਾਲ ਅਸੀਂ ਲਿਆਉਂਦੇ ਆ ਉਰਲੀ ਸਾਈਡ ਤੋਂ, ਅਸੀਂ ਉਹ ਪਾਕਪਤਨ ਤੋਂ, ਬੂਰੇ ਵਾਲੇ ਦੇ ਪਤਨ ਤੋਂ ਜੀ, ਸਊਕਾ ਕੱਚੀ ਪੱਕੀ, ਤੇ ਜੇ ਪਾਰ ਵਾਲੀ ਸਾਈਡ ਤੇ ਦਰਿਆ ਤੇ ਹੋਈਏ ਬਾਵਲ ਨਗਰ, ਡਾਰਾਂ ਵਾਲਾ, ਚਿਸ਼ਤੀਆਂ। ਅੱਛਾ, ਇਹ ਇਲਾਕਿਆਂ ਦੀ ਖੂਬੀ ਕੀ ਹੈ ਕਿ ਇੱਧਰੋਂ ਪਿਓਰ ਨੀਲੀ ਦੀਆਂ ਮੱਝਾਂ ਲੱਭਦੀਆਂ ਨੇ? ਵੇਖੋ ਜੀ, ਇੱਕ ਤੇ ਉਹਨਾਂ ਕੋਲ ਮਾਲ ਬਹੁਤ ਜ਼ਿਆਦਾ ਹੈ ਉਹਨਾਂ ਲੋਕਾਂ ਦਾ। ਜੀ। ਦੂਸਰਾ ਉਹ ਉੱਥੇ ਦੁੱਧ ਦਾ ਰੇਟ ਬੜਾ ਘੱਟ ਹੈ। ਅੱਛਾ। ਤੇ ਮੱਝਾਂ ਨੂੰ ਜਦੋਂ ਸੂੰਦੀਆਂ ਨੇ ਬੱਚਿਆਂ ਨੂੰ ਦੁੱਧ ਬੜਾ ਜ਼ਿਆਦਾ ਪਿਆਉਂਦੇ ਨੇ ਉਹ। ਜੀ। ਇੱਕ ਦੂਸਰਾ ਉਹਨਾਂ ਦਾ ਮਾਲ ਬਾਹਰ ਫਿਰਦਾ ਹੁੰਦਾ ਹੈ, ਬਾਹਰ 'ਚ ਜੀ, ਜੂਝ ਬਾਹਰ ਬੜੀ ਖੁੱਲੀ ਜਗ੍ਹਾ ਹੈ ਉਹਨਾਂ ਦੀ, ਉੱਥੇ ਬਾਹਰ ਫਿਰ ਕੇ ਪਾਲ ਜਾਂਦੀਆਂ ਨੇ, ਜਵਾਨ ਹੋ ਜਾਂਦੀਆਂ ਨੇ। ਦੁੱਧ ਨੂੰ ਉਹਨਾਂ ਨੂੰ ਪਾਲਣਾ ਮਾਲ ਜਿਹੜਾ ਉਹ ਜ਼ਿਆਦਾ ਮੁਨਾਫਾ ਦਿੰਦਾ। ਯੂਸੁਫ ਸਾਹਿਬ ਜਦੋਂ ਬੰਦਾ ਵਾੜੇ ਵਿੱਚ ਜਾਂਦਾ ਹੈ, ਮੱਝਾਂ ਦੇ ਇਲਾਕੇ ਵਿੱਚ ਜਾਂਦਾ ਹੈ, ਤੇ ਮੱਝ ਦਾ ਇੰਤਖਾਬ ਕਰਨਾ ਬੜਾ ਔਖਾ ਕੰਮ ਹੈ, ਤੁਸੀਂ ਕਿੰਜ ਕਰਦੇ ਹੋ? ਜੀ ਵੇਖੋ, ਇੰਤਖਾਬ ਕਰਨਾ ਉਸ ਬੰਦੇ ਵਾਸਤੇ ਮੁਸ਼ਕਲ ਹੈ ਜਿਹੜਾ ਬੰਦਾ ਨਵਾਂ ਹੈ। ਜੀ। ਜਿਹੜਾ ਬੰਦੇ ਨੂੰ ਸ਼ੁਰੂ ਤੋਂ ਇਹ ਕੰਮ ਜਾਣਦਾ ਵੇ, ਸਮਝਦਾ ਵੇ, ਉਹਦੇ ਵਾਸਤੇ ਇੰਤਖਾਬ ਕਰਨਾ ਕੋਈ ਮੁਸ਼ਕਲ ਨਹੀਂ। ਮੱਝ ਦੀ ਧੁੰਨੀ ਨਹੀਂ ਹੋਣੀ ਚਾਹੀਦੀ। ਜੀ। ਪੋਲੀ ਨਹੀਂ ਹੋਣੀ ਚਾਹੀਦੀ। ਜੀ। ਤੇ ਦੂਸਰਾ ਪੁੱਠਾ ਚੰਗਾ ਹੋਵੇ, ਕੰਡ ਅੱਛੀ ਹੋਵੇ, ਪੂਛਲ ਬਰੀਕ ਹੋਵੇ, ਪਤਲੀ ਹੋਵੇ, ਹੱਡੀ ਨਾ ਵਿੱਚ ਹੋਵੇ। ਤੀਸਰੇ ਨੰਬਰ ਤੇ ਮੱਝ ਦਾ ਥਣ, ਹਰ ਮੱਝ ਦਾ ਥਣ ਮੁੱਠੀ ਹੋਣਾ ਚਾਹੀਦਾ, ਮੁੱਠ ਥਣ ਹੋਣਾ ਚਾਹੀਦਾ, ਲੰਮੇ ਥਣ ਨਹੀਂ ਹੋਣੇ ਚਾਹੀਦੇ। ਅੱਛਾ। ਹਾਂਜੀ। ਅੱਛਾ ਯੂਸੁਫ, ਇਹ ਦੱਸੋ ਕਿ ਉਸ ਇਲਾਕੇ ਵਿੱਚ ਮੱਝਾਂ ਦੇ ਰੇਟ ਤੇ ਮੱਝਾਂ ਦਾ ਦੁੱਧ ਕਿੰਨਾ ਕੁ ਹੈ? ਉਧਰ ਦੀ ਮੱਝਾਂ ਦਾ ਰੇਟ 1.5 ਲੱਖ ਤੋਂ ਲੈ ਕੇ ਤੇ 7-8 ਲੱਖ ਤੱਕ ਵੀ ਹੈ। ਅੱਛਾ। ਮੁਖਤਲਿਫ ਰੇਟ ਨੇ, ਜਿਸ ਤਰ੍ਹਾਂ ਦਾ ਮਾਲ ਹੈ ਉਸ ਤਰ੍ਹਾਂ ਦਾ ਰੇਟ ਹੈ। ਜੀ। ਤੇ ਦੁੱਧ ਕੋਈ 8 ਕਿਲੋ ਦਿੰਦੀ ਹੈ, ਕੋਈ 10 ਕਿਲੋ ਦਿੰਦੀ ਹੈ, ਕੋਈ 15 ਕਿਲੋ ਦਿੰਦੀ ਹੈ, ਕੋਈ 20 ਕਿਲੋ। ਮੁਖਤਲਿਫ ਦੁੱਧ ਵੀ ਸਾਰਾ ਇੱਕੋ ਜਿਹਾ ਨਹੀਂ ਦਿੰਦੀਆਂ। ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਨੰਬਰ 1 ਬਫਲੋ ਜਾਂ ਬੈਂਸ ਕਿਹੜੀ ਨਸਲ ਦੀ ਹੈ? ਨੀਲੀ ਦੀ ਜੀ। ਸਭ ਤੋਂ ਚੰਗਾ ਦੁੱਧ ਦਿੰਦੀ ਹੈ? ਹਾਂਜੀ, ਸਭ ਤੋਂ। ਤੇ ਸੋਹਣ ਵਿੱਚ ਵੀ ਚੰਗੀ ਹੈ? ਸੋਹਣ 'ਚ ਵੀ, ਖੂਬਸੂਰਤੀ 'ਚ ਵੀ ਜ਼ਿਆਦਾ ਹੋਵੇ। ਦੂਸਰਾ ਹੀ ਝੰਗ ਦਾ ਮਾਲ ਨਹੀਂ ਲੈਂਦੇ। ਉਹਦੇ ਵਿੱਚ ਕੀ ਖਾਮੀ ਹੈ? ਉਹਨਾਂ ਦੀਆਂ ਕੋਲੀਆਂ ਵੱਡੀਆਂ ਨੇ, ਧੁੰਨੀਆਂ ਵੱਡੀਆਂ ਨੇ, 2 ਤੋਂ 3 ਮਹੀਨੇ, ਹੱਦ 4 ਮਹੀਨੇ ਦੁੱਧ ਦਿੰਦੀਆਂ ਨੇ, ਬਾਅਦ 'ਚੋਂ ਬਸ ਖਤਮ ਹੋ ਜਾਂਦੀਆਂ। ਅੱਛਾ, ਉਹ ਕਾੜੇ ਦੀ ਮੱਝ ਦੀ ਕੋਈ ਗੱਲ ਦੱਸੋ ਜੀ। ਕਾੜੇ ਤੋਂ 1-2 ਵਾਰੀ ਮਾਲ ਖਰੀਦਿਆ ਵੇ ਅਸਾਂ ਜੀ, ਪਰ ਸਾਨੂੰ ਐਡਾ ਕੋਈ ਜ਼ਿਆਦਾ ਮਜ਼ਾ ਨਹੀਂ ਉਹਦਾ ਆਇਆ। ਅੱਛਾ, ਨੀਲੀ ਦੀ ਮੱਝ ਕਿੰਨੇ ਕੁ ਮਹੀਨੇ ਦੁੱਧ ਦੇ ਛੱਡਦੀ ਹੈ? ਸਾਡੇ ਕੋਲ ਆ ਕੇ ਨੀਲੀ ਦੀ, ਸਾਡੇ ਇਲਾਕੇ 'ਚ ਜਿਹੜੀਆਂ ਮੱਝਾਂ ਮੈਂ ਲਿਆ ਕੇ ਘਰ ਵੀ ਰੱਖੀਆਂ ਨੇ, ਇਹ ਵੀ ਜਿਹੜੀ ਝੋਟੀ ਅਸੀਂ ਸੇਲ 'ਤੇ ਵੱਡੀ ਕਰਨੇ ਆ ਮੱਝ, ਇਹ ਵੀ ਨੀਲੀ 'ਚ ਆਈ ਹੈ। ਇਹ ਪਹਿਲੇ ਸੂਏ ਹਾਂ ਲਿਆਂਦੀ ਸੀ, ਹੁਣ ਦੂਸਰਾ ਸੂਆ ਸੂਈ ਹੈ। ਇੱਥੇ ਆ ਕੇ 2.5 ਤੋਂ 2 ਸਾਲ, 2.5 ਸਾਲ, 1.5 ਸਾਲ ਤੋਂ ਜ਼ਿਆਦਾ ਦੁੱਧ ਦਿੰਦੀਆਂ ਨੇ। ਜਦੋਂ ਫਿਰ ਕ੍ਰਾਸ ਹੋ ਜਾਂਦੀਆਂ ਨੇ ਸੰਡੇ ਕੋਂ, ਉਦੋਂ ਵੀ 8 ਮਹੀਨੇ ਤੱਕ ਦੁੱਧ ਪਈਆਂ ਦਿੰਦੀਆਂ ਨੇ। ਅੱਛਾ, ਇੱਕ ਫਾਰਮਰ ਬੜੇ ਤਜਰਬਾਕਾਰ ਬਜ਼ੁਰਗ ਸਨ, ਉਹ ਕਹਿੰਦੇ ਨੇ ਕਿ ਜਦੋਂ ਬੰਦਾ ਨੀਲੀ ਵਿੱਚੋਂ ਮੱਝਾਂ ਲੈ ਕੇ ਆਏ ਤੇ ਇੱਧਰ ਉਹਨਾਂ ਦੇ ਥਣਾਂ ਦੇ ਮਸਾਇਲ ਬੜੇ ਸਾਹਮਣੇ ਆਉਂਦੇ ਨੇ। ਜੀ, ਥਣਾਂ ਦੇ ਮਸਾਇਲ ਉਹਨਾਂ ਦੇ ਸਾਹਮਣੇ ਆਉਂਦੇ ਨੇ ਜਿਹੜੇ ਜ਼ਿਆਦਾ ਟੁਕੜੇ ਪਾਉਂਦੇ ਨੇ, ਨਾਲ ਮਿਰਚਾਂ ਮਸਾਲਾ ਨਹੀਂ ਦਿੰਦੇ। ਵੈਰੀ ਗੁੱਡ।
ਅੱਛਾ, ਮੱਝਾਂ ਦੇ ਥਣ ਸਹੀ ਰੱਖਣ ਵਾਸਤੇ ਜਾਂ ਅਗਰ ਥਣ ਬੰਦ ਹੋ ਜਾਣ ਤੇ ਉਹਨਾਂ ਨੂੰ ਸਹੀ ਕਰਨ ਵਾਸਤੇ ਕੀ ਕਰਨਾ ਚਾਹੀਦਾ ਜੀ? ਮੱਝ ਦਾ ਜਿਹੜਾ ਥਣ ਬੰਦ ਹੋ ਜਾਂਦਾ ਨਾ, ਜਿਹਦੇ 'ਚ ਨਾੜ ਪੈ ਜਾਂਦੀ ਹੈ ਜੀ, ਉਹ ਤੇ ਜਦੋਂ ਨਾੜ ਬਣਨ ਲੱਗੇ, ਧਾਰ ਜ਼ਰਾ ਪੀਡੀ ਹੁੰਦੀ ਹੋ ਜਾਂਦੀ ਹੈ, ਸਾਹਤ ਹੋ ਜਾਂਦੀ ਹੈ, ਉਦੋਂ ਹੀ ਡਾਕਟਰ ਨਾਲ ਜਿੰਨੀ ਜਲਦੀ ਹੋ ਸਕੇ ਮਸ਼ਵਰਾ ਕਰਨਾ ਚਾਹੀਦਾ। ਠੀਕ। ਉਹਦੇ ਤੋਂ ਪਹਿਲਾਂ ਡਾਕਟਰ ਜੇ ਨਹੀਂ ਉਸ ਟਾਈਮ ਮਿਲ ਸਕਦਾ 1 ਦਿਨ 'ਚ ਜਾਂ 2 ਦਿਨ 'ਚ, ਫਿਰ ਤੁਸੀਂ ਦੇਸੀ ਘਿਓ ਲਓ 1.5 ਪਾ, ਵਿੱਚ ਅੱਧ ਪਾ ਕਾਲੀਆਂ ਮਿਰਚਾਂ, ਉਹਨੂੰ ਇੱਕ ਬਾਲਾ ਦਵਾ ਕੇ ਮਿਰਚਾਂ ਨੂੰ ਤੇ ਘਿਓ ਨੂੰ ਉਹ ਮੱਝ ਨੂੰ ਦੇ ਸਕਦੇ ਹੋ। ਉਮੀਦ ਹੈ ਅੱਲਾ ਦੇ ਘਰ ਦੀ ਸ਼ਫਾ ਤੇ ਅੱਲਾ ਪਾਕ ਦੇਣੀ ਹੈ। ਡਾਕਟਰ ਮਿਲਣ ਤੱਕ ਉਹ ਸਹੀ ਜਲਦੀ ਨਹੀਂ ਬੰਦ ਹੋਣ ਲੱਗਾ। ਅਗਰ ਮੱਝ ਸੂਣ ਤੋਂ ਬਾਅਦ ਗੰਦ ਜਾਂ ਅੱਟ ਨਹੀਂ ਸੁੱਟਦੀ ਤੇ ਉਹਦੇ ਵਾਸਤੇ ਕੀ ਕਰਨਾ ਚਾਹੀਦਾ? ਦੇਖੋ ਜੀ, ਪਹਿਲੇ ਨੰਬਰ ਤੇ ਗੱਲ ਹੈ ਵੀ ਮੱਝ ਤੋਂ ਸੂਵੇ ਉਹਨੂੰ 15 ਤੋਂ 16 ਦਿਨ ਮੱਝ ਨੂੰ ਖਰਾਬ ਨਾ ਕਰੋ, ਉਹਨੂੰ ਵੰਡਾ ਨਾ ਪਾਓ, ਠੀਕ, ਉਹਨੂੰ ਮਿਰਚ ਮਸਾਲਾ ਨਾ ਦਿਓ, ਪੱਠੇ ਪਾਓ, ਅੱਛੇ ਪਾਓ, ਠੀਕ ਹੈ ਜੀ। ਜੇ ਤੁਹਾਡੇ ਕੋਲ ਪੱਠੇ ਨਹੀਂ ਆਇਆ ਫਿਰ ਤੁਸੀਂ ਤੂੜੀ ਦੇ ਉੱਤੇ ਥੋੜਾ ਵੰਡਾ ਪਾ ਕੇ ਤੇ ਗੁਜ਼ਾਰਾ ਕਰੋ। ਜਦੋਂ 15 ਦਿਨ ਲੰਘ ਜਾਣ ਫਿਰ ਉਹਨੂੰ ਵੰਡਾ ਵੀ ਜ਼ਿਆਦਾ ਕਰੋ, ਨਾਲ ਉਹਨੂੰ ਦਿਓ ਗੁੜ ਦਿਓ, ਜਵੈਣ ਦਿਓ, ਕਾਲਾ ਲੂਣ ਥੋੜਾ ਦਿਓ, ਤੇ ਉਮੀਦ ਅੱਲਾ ਦੇ ਘਰ ਦੀ ਉਹ ਗੰਦ ਸੜ ਜਾਏ। ਵੈਰੀ ਗੁੱਡ। ਅੱਛਾ, ਮੱਝ ਜਿਹੜਾ ਪਿੱਛਾ ਮਾਰੇ ਇਹ ਵੀ ਬੜੀ ਖਤਰਨਾਕ ਬਿਮਾਰੀ ਸਮਝੀ ਜਾਂਦੀ ਹੈ, ਇਹਦੇ ਵਾਸਤੇ ਕੀ ਕਰਨਾ ਚਾਹੀਦਾ? ਜਿਹੜੀ ਮੱਝ ਪਿੱਛਾ ਮਾਰਦੀ ਹੈ ਨਾ, ਇਹ ਪਿੱਛਾ ਮਾਰਦੀ ਹੈ ਖੁਸ਼ਕੀ ਦੀ ਵਜ੍ਹਾ ਤੋਂ ਤੇ ਗਰਮੀ ਦੀ ਵਜ੍ਹਾ ਤੋਂ। ਅੱਛਾ, ਜਿਹੜੀ ਮੱਝ ਦੇ ਅੰਦਰ ਖੁਸ਼ਕੀ ਹੈ ਨਾ, ਉਹ ਮੱਝ ਪਿੱਛਾ ਮਾਰਦੀ ਹੈ, ਜਿਹਨੂੰ ਘਿਓ ਨਹੀਂ ਦਿੱਤਾ ਜਾਂਦਾ, ਤੇਲ ਨਹੀਂ ਦਿੱਤਾ ਜਾਂਦਾ, ਇਸ ਤਰ੍ਹਾਂ ਦਾ ਮਸਲਾ ਹੁੰਦਾ ਹੈ, ਤੇ ਉਹ ਪਿੱਛਾ ਜਿਹੜਾ ਨਾ ਕੋਈ ਬਿਮਾਰੀ ਨਹੀਂ ਹੈ। ਅੱਛਾ, ਠੀਕ ਹੈ ਜੀ। ਇਹ ਅੰਦਰ ਮਿਹਦੇ ਦੇ ਵਿੱਚ ਜਦੋਂ ਹੀਟ ਬਣਦੀ ਹੈ ਨਾ, ਉਦੋਂ ਮੱਝ ਇਹ ਕੰਮ ਕਰਦੀ ਹੈ। ਤੇ ਸਰ ਇਹਦਾ ਵੀ ਕੋਈ ਇਲਾਜ ਦੱਸੋ ਜੀ? ਇਹਦਾ ਇਲਾਜ ਜਿਹੜਾ ਬਿਹਤਰ ਹੈ ਨਾ, ਜਦੋਂ ਮੱਝ ਪਿੱਛਾ ਮਾਰੇ, ਘਿਓ ਲੈ ਕੇ ਦੇਸੀ 1 ਪਾਈਆ ਅੱਧ ਪਾ ਜਵੈਣ ਲੈ ਕੇ ਉਹਦੇ ਵਿੱਚ ਇਹਨੂੰ ਭੁੰਨ ਕੇ, ਜਦੋਂ ਘਿਓ ਤੇ ਜਵੈਣ ਇੱਕ ਹੋ ਜੇ, ਦੁੱਧ ਘਿਓ ਪੀ ਜੇ, ਉਦੋਂ ਉਹਦੀ ਪਿੰਨੀ ਬਣ ਜਾਂਦੀ ਹੈ, ਅਖਬਾਰ ਦੇ ਵਿੱਚ ਲਵੇਟ ਕੇ ਪਾਣੀ ਪਿਆ ਕੇ ਸ਼ਾਮ ਨੂੰ ਮੱਝ ਨੂੰ ਦਿਓ। ਵੈਰੀ ਗੁੱਡ। ਅੱਛਾ, ਇਹ ਵੀ ਦੱਸੋ ਕਿ ਬਾਅਦ ਮੱਝਾਂ ਹੀਟ ਵਿੱਚ ਆਉਂਦੀਆਂ ਨੇ, ਫਿਰ ਬਣਦੀਆਂ ਨਹੀਂ, ਖਲੋਂਦੀਆਂ ਨਹੀਂ, ਉਹਨਾਂ ਵਾਸਤੇ ਵੀ ਕੋਈ ਤਰੀਕਾ ਦੱਸੋ? ਜੀ, ਉਹਨਾਂ ਵਾਸਤੇ ਜਿਹੜਾ ਬਿਹਤਰ ਹੱਲ ਹੈ ਨਾ, ਉਹਨੂੰ ਪਹਿਲਾਂ ਤੇ 2 ਤੋਂ 3 ਕਿਲੋ ਸਰੋਂ ਦਾ ਤੇਲ ਦਿੱਤਾ ਜਾਏ ਪਾ ਕਰਕੇ, ਠੀਕ, 1 ਦਿਨ ਛੱਡ ਕੇ ਦੂਸਰੇ ਦਿਨ ਜੀ। ਉਸ ਤੋਂ ਬਾਅਦ ਫਿਰ ਇੱਕ ਪ੍ਰੋਜੈਸਟਾਨ ਟੀਕਾ ਮਿਲਦਾ ਜੀ, ਉਹ ਲਾਓ ਉਹਨੂੰ, ਫਿਰ ਇੱਕ ਵਾਰ ਖੰਝਾ ਕੇ ਤੇ ਅਗਲੀ ਵਾਰ ਉਹਨੂੰ ਕ੍ਰਾਸ ਕਰਾ ਦਿਓ। ਉਮੀਦ ਹੈ ਅੱਲਾ ਦੇ ਘਰ ਦੀ ਕੋ ਠੀਕ ਹੋ ਜਾਏਗੀ। ਅੱਛਾ ਯੂਸਫ ਸਾਹਿਬ, ਸੂਣ ਵਾਲੀ ਮੱਝ ਨੂੰ ਖੁਰਾਕ ਵਿੱਚ ਕੀ ਦੇਣਾ ਚਾਹੀਦਾ? ਸੂਣ ਵਾਲੀ ਮੱਝ ਨੂੰ ਤੁਸੀਂ ਜਿੰਨਾ ਕੁ ਤੁਹਾਡਾ ਉਹਨੂੰ ਖੁਰਾਕ ਦੇ ਸਕਦੇ ਹੋ ਨਾ, ਬਿਹਤਰ ਤੇ ਖੁਰਾਕ ਉਹਦੀ ਇਹ ਵੇ ਕਿ ਕਣਕ ਤੇ ਮੱਕੀ, ਠੀਕ ਹੈ ਜੀ, ਵਿੱਚ ਥੋੜੀ ਹਾਲਿਓ ਹੋ ਜੇ, ਥੋੜੀ ਜਿਹੀ ਅਲਸੀ ਹੋ ਜੇ, ਉਹਨੂੰ ਥੋੜੀ ਮਕਦਾਰ 'ਚ ਜਿੰਨੀ ਕੁ ਵੇਟ ਦੀ ਮੱਝ ਹੈ ਨਾ, ਉਹ ਹਿਸਾਬ ਨਾਲ ਦਿੱਤੀ ਜਾਏ। ਅੱਛਾ, ਬੇਸ਼ੁਮਾਰ ਵੰਡੇ ਖਲਾਂ ਅੱਗੇ ਪਿੱਛੇ ਗੱਲਾਂ ਫਾਰਮਰ ਦੱਸਦੇ ਨੇ, ਦੁੱਧ ਵਧਾਉਣ ਦਾ ਮੱਝਾਂ ਦਾ ਤੁਹਾਡੇ ਨਜ਼ਦੀਕ ਬਿਹਤਰੀਨ ਕੁਲੀਆ ਕੀ ਹੈ? ਵੇਖੋ ਜੀ, ਸਾਰਿਆਂ ਤੋਂ ਪਹਿਲਾਂ ਤਾਂ ਕੁਲੀਆ ਇਹ ਵੇ ਕਿ ਮੱਝ ਤੁਹਾਡੀ ਨਸਲੀ ਹੋਣੀ ਚਾਹੀਦੀ। ਅੱਛਾ, ਨਸਲੀ ਹੋਣੀ ਚਾਹੀਦੀ ਹੈ। ਜਿਹੜੀ ਬੇਨਸਲੀ ਮੱਝ ਹੈ ਉਹ ਦੁੱਧ ਨਹੀਂ ਜ਼ਿਆਦਾ, ਖੁਰਾਕ ਜਿੰਨੀ ਮਰਜ਼ੀ ਪਾਓ, ਜਿੰਨੀ ਮਰਜ਼ੀ। ਹੁਣ ਭੈੜੇ ਭਲਵਾਨ ਨੂੰ ਜਿੰਨੀ ਮਰਜ਼ੀ ਖੁਰਾਕ ਖਵਾਓ ਦੇ, ਉਹ ਘੁਲ ਨਹੀਂ ਸਕਦਾ। ਠੀਕ। ਅੱਛਾ ਭਲਵਾਨ ਹੋਵੇ ਦਾ, ਨਸਲੀ ਹੋਵੇ ਦਾ, ਉਹ ਘੁਲੇ ਦਾ ਵੀ, ਤੁਹਾਡੀ ਖੁਰਾਕ ਖਾਧੀ ਵੀ ਜਿਹੜੀ ਉਹ ਕਿਸੇ ਕੰਮ ਆਵੇਗੀ। ਵੈਰੀ ਗੁੱਡ। ਅੱਛਾ, ਇਹ ਦੱਸੋ ਕਿ ਮੱਝ ਤੇ ਰੋਜ਼ ਦਾ ਕਿੰਨਾ ਖਰਚਾ ਆਉਂਦਾ ਹੈ ਤੇ ਕਿੰਨੇ ਖਰਚੇ ਵਿੱਚ ਕਵਰ ਕਰਕੇ ਤੇ ਆਪਣਾ ਪ੍ਰੋਫਿਟ ਬਣਾਇਆ ਜਾ ਸਕਦਾ ਹੈ? ਦੇਖੋ ਜੀ, ਸਾਡੀ ਜ਼ਮੀਨ ਆਪਣੀ ਹੈ ਜੀ, ਅਸੀਂ ਚਾਰਾ ਆਪਣਾ ਬੀਜ ਲੈਨੇ ਆ ਜੀ, ਸਾਨੂੰ ਮਹਿਸੂਸ ਨਹੀਂ ਇੰਨਾ ਜ਼ਿਆਦਾ ਇਹਨਾਂ ਦਾ ਖਰਚਾ ਹੁੰਦਾ। ਜਿੰਨਾ ਮੁੱਲ ਲੈਣਾ ਵੇ ਉਹ ਤਕਰੀਬਨ 400 ਰੁਪਈਆ ਦਿਨ ਦਾ ਉਹਦਾ ਖਰਚਾ ਹੈ, ਸਾਡਾ ਤਕਰੀਬਨ 200 ਰੁਪਈਆ ਖਰਚਾ। ਅੱਛਾ, ਹਰ ਚੀਜ਼ ਆਪਣੀ ਹੋਣ ਵਾਲੇ ਬੰਦੇ ਦਾ ਤਕਰੀਬਨ 200 ਤੇ ਜਿਹਦਾ ਮੁੱਲ ਦਾ ਉਹਦਾ 400 ਰੁਪਈਆ। ਅੱਛਾ, 400 ਲਾ ਕੇ ਵੀ ਪ੍ਰੋਫਿਟ ਆਉਂਦਾ ਮੱਝ ਦਾ? ਜੀ ਜ਼ਰੂਰ ਆਉਂਦਾ ਵੇ, ਤਕਰੀਬਨ 600 ਰੁਪਈਆ ਰੋਜ਼ ਦਾ ਮੱਝ ਜਿਹੜੀ ਹੈ ਨਾ ਉਹ ਪ੍ਰੋਫਿਟ ਦਿੰਦੀ ਹੈ, ਤੇ ਜਿਹੜੀ ਅੱਛੀ ਹੈ ਉਹ 800-900 ਰੁਪਈਆ ਵੀ ਦਿੰਦੀ ਹੈ। ਅੱਛਾ, ਸਰਦੀ ਗਰਮੀ ਦੇ ਵਿੱਚ ਮੱਝਾਂ ਦੀ ਦੇਖਭਾਲ ਇੱਕੋ ਤਰ੍ਹਾਂ ਕਰੀਦਾ ਜਾਂ ਅਲੱਗ-ਅਲੱਗ ਕਰੀਦਾ? ਦੇਖੋ ਜੀ, ਜਿਹਦਾ ਤੇ ਕਾਰੋਬਾਰ ਹੈ ਨਾ ਜੀ, ਉਹਨੂੰ ਤੇ ਕੋਈ ਮਸਲਾ ਨਹੀਂ, ਨਾ ਸਰਦੀ ਦਾ ਨਾ ਗਰਮੀ ਦਾ। ਤੇ ਜਿਨ੍ਹਾਂ ਦਾ ਕਾਰੋਬਾਰ ਨਹੀਂ, ਨਵੇਂ ਨੇ ਭਾਈ, ਉਹਨਾਂ ਵਾਸਤੇ ਸਰਦੀ 'ਚ ਥੋੜਾ ਮਸਲਾ ਹੁੰਦਾ ਹੈ, ਅੰਦਰ ਬੰਨਣ ਦਾ, ਚਾਰੇ ਦਾ, ਇਹ ਹੀ ਮਸਲਾ, ਹੋਰ ਐਡਾ ਨਹੀਂ ਆ ਮਸਲਾ। ਠੀਕ ਹੈ। ਤੁਹਾਨੂੰ ਅੱਜ ਤੱਕ ਮੱਝਾਂ ਦੇ ਕਾਰੋਬਾਰ ਵਿੱਚ ਕਿਹੜਿਆਂ ਮਸਲਿਆਂ ਦਾ ਸਾਹਮਣਾ ਕਰਨਾ ਪਿਆ? ਸਾਨੂੰ ਮੱਝਾਂ ਦੇ ਕਾਰੋਬਾਰ 'ਚ ਮਸਲੇ ਤਾਂ ਕਿਸੇ ਦਾ ਨਹੀਂ ਐਡਾ ਜ਼ਿਆਦਾ ਬਣਿਆ ਮਸਲਾ, ਕੋਈ ਸਾਂਭਣ ਦਾ ਤਾਂ ਨਹੀਂ ਸਾਨੂੰ ਮਸਲਾ ਬਣਿਆ। ਵੈਸੇ ਅਸੀਂ ਤਾਂ ਨਹੀਂ ਸਮਝਦੇ, ਪਰ ਸਾਡਾ ਕੰਮ ਹੈ। ਵਜ੍ਹਾ ਇਹ ਵੀ ਹੈ ਕਿ ਤੁਸੀਂ ਨਸਲ ਦਰ ਨਸਲ, ਦਾਦਾ ਜੀ, ਚਾਚਾ ਜੀ, ਅੱਬੂ ਜੀ, ਸਾਡਾ ਕੰਮ ਹੀ ਨਹੀਂ ਆ ਕੋਈ। ਅੱਛਾ, ਬੇਸ਼ੁਮਾਰ ਦੁਨੀਆ ਤੋਂ ਲੋਕ ਤੁਹਾਨੂੰ ਵੇਖਦੇ ਪਏ ਨੇ ਜੀ, ਉਹਨਾਂ ਨੂੰ ਦੱਸੋ ਕਿ ਮੱਝਾਂ ਦਾ ਕਾਰੋਬਾਰ ਕਰਨਾ ਕੈਸਾ ਹੈ? ਵੇਖੋ ਜੀ, ਮੱਝਾਂ ਦਾ ਕਾਰੋਬਾਰ ਪਹਿਲਾਂ ਤਾਂ ਮੱਝਾਂ ਨੂੰ ਸਮਝੋ, ਮੱਝਾਂ ਨਸਲੀ ਲਓ। ਠੀਕ। ਜਿੱਥੋਂ ਵੀ ਲਓ ਨਸਲੀ। ਬੇਨਸਲੀ ਮੱਝ ਜਿਹੜੀ ਹੈ ਉਹ ਤੁਹਾਨੂੰ ਘਾਟਾ ਹੀ ਪਾਏ ਦੀ, ਮੁਨਾਫਾ ਨਹੀਂ ਦੇਣ ਲੱਗੀ, ਕਿਉਂਕਿ ਉਹਨੇ ਦੁੱਧ ਦੇਣਾ 3 ਤੋਂ 4 ਮਹੀਨੇ ਜੀ। ਹੁਣ ਸਾਡਾ ਇੱਧਰ ਆ ਇਲਾਕਾ ਜਿਹੜਾ ਨਾ, ਕਾੜੇ ਤੋਂ ਅੱਗੇ ਟੱਪ ਜਾਈਏ ਪਾਕ ਪਤਨ, ਠੀਕ ਹੈ ਜੀ, ਆਰਫ ਵਾਲਾ, ਅੱਗੋਂ ਬੂਰੇ ਵਾਲਾ, ਇਸ ਇਲਾਕੇ ਦੀਆਂ ਬਾਵਲ ਨਗਰ ਦੀਆਂ ਚਿਸ਼ਤੀਆਂ ਦੀਆਂ ਮੱਝਾਂ ਅੱਛੀਆਂ ਨੇ। ਜਿਉਂ ਇੱਧਰ ਸ਼ੋਰਕੋਟ, ਝੰਗ, ਲਈਆ, ਭੱਖਰ, ਇਹਨਾਂ ਇਲਾਕਿਆਂ ਦੀਆਂ ਮੱਝਾਂ 3 ਤੋਂ 4 ਮਹੀਨੇ, ਉਹਨਾਂ ਦਾ ਵਹਾਲਾ ਬੜਾ ਜ਼ਿਆਦਾ। ਬਹਰਲ ਦੁੱਧ ਜਿਉਂ 2-3-4 ਮਹੀਨੇ ਲੰਘਦੇ ਨੇ ਘੱਟ ਹੋ ਜਾਂਦਾ। ਸੋਹਣੀਆਂ ਸੀਰਤ ਨਹੀਂ ਸਾਡੀ ਸੋਹਣੀ ਨਹੀਂ, ਖੂਬਸੂਰਤ ਵੀ ਹੈ ਨੇ, ਦੁੱਧ ਨਹੀਂ ਜ਼ਿਆਦਾ ਦੇਣ। ਉਹਨਾਂ ਦੀਆਂ ਧੁਨੀਆਂ ਕੋਲੀਆਂ ਬੜੀਆਂ ਜ਼ਿਆਦਾ ਵੱਡੀਆਂ ਨੇ, ਠੀਕ ਹੈ ਜੀ।
ਦੂਜਾ ਦੁੱਧ ਦੇ ਹੱਕ 'ਚ ਉਹ ਨਹੀਂ ਸਹੀ ਅੱਛੀਆਂ। ਜਿਸ ਵੇਲੇ ਤੁਹਾਡਾ ਫਾਰਮ ਅਸੀਂ ਵੇਖ ਰਹੇ ਹਾਂ, ਇਹ 3-4 ਪਾਰਟੀਸ਼ਨਾਂ ਕੀਤੀ ਦੀਆਂ ਨੇ, ਇੱਕ ਹੈ ਇਹ ਤੇ ਇੱਕ ਉਹ, ਇਹਦੇ 'ਚ ਕੀ ਹਕਮਤ ਹੈ? ਇਹ ਸਰਦੀ ਦੇ ਵਿੱਚ ਡੰਗਰ ਅੰਦਰ ਰਹਿੰਦੇ ਨੇ, ਬਾਰਿਸ਼ ਹੋਵੇ ਤਾਂ ਵੀ ਪੱਕੀ ਜਗ੍ਹਾ ਤੇ ਰਹਿੰਦੇ ਨੇ, ਜਦੋਂ ਬਾਰਿਸ਼ ਨਾ ਹੋਵੇ ਉਦੋਂ ਬਾਹਰ ਕੱਚੀ ਜਗ੍ਹਾ ਤੇ ਆ ਕੇ ਬਹਿ ਜਾਂਦੇ ਨੇ, ਤੇ ਮਸਲਾ ਨਹੀਂ ਉਹ ਬਣਦਾ, ਐਡਾ ਬਹਿਣ ਦਾ ਨਹੀਂ ਮਸਲਾ ਬਣਦਾ। ਔਰ ਇਹ ਵਜ਼ਨੀ ਹੁੰਦਾ ਡੰਗਰ, ਇਹ ਮਾਲ ਵਜ਼ਨੀ ਹੁੰਦਾ, ਇਹ ਕੱਚੀ ਜਗ੍ਹਾ ਤੇ ਨਾ ਪਵੇ ਤਾਂ ਥਕੇਵਾ ਨਹੀਂ ਲੈਂਦਾ। ਯੂਸੁਫ ਸਾਹਿਬ ਲੇਬਰ ਕਿੰਨੀ ਰੱਖੀ ਜੇ? ਲੇਬਰ ਜੀ ਸਾਡੇ ਕੋਲ ਇੱਕ ਹੀ ਬੰਦਾ ਜੇ, ਇੱਕ ਹੀ ਬੜਾ, ਕਦੀ 2 ਹੋ ਜਾਂਦੇ ਨੇ, ਕਦੀ 1 ਹੋ ਜਾਂਦਾ। ਦੂਸਰਾ ਮੈਂ ਆਪੀ ਇੱਥੇ ਜਦੋਂ ਹੋਵਾਂ ਆਪੀ ਕਰ ਲਈਦਾ, ਨਾਲ ਮੇਰੇ ਵਾਲਾ ਸਾਹਿਬ ਨੇ। ਯੂਸੁਫ ਸਾਹਿਬ ਬੜੀਆਂ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਨੇ, ਤੁਹਾਡੀ ਵਾਹਵਾ ਸਾਰੀ ਮਿਹਰਬਾਨੀ।